ਓਮ ਸ਼ਾਂਤੀ, ਸਤਿ ਸ੍ਰੀ ਅਕਾਲ ਜੀ। ਮੈਂ ਅਮਰਜੀਤ ਕੌਰ ਦੁਆ ਅੱਜ ਫਿਰ ਆਪ ਜੀ ਦੇ ਨਾਲ ਇੱਕ ਓਂਕਾਰ ਇੱਕ ਪਰਮਾਤਮਾ ਦੀ ਇਸ ਖਿਆਲ ਇਸ ਘੜੀ ਵਿੱਚ ਇਸ ਸੈਸ਼ਨਸ ਦੇ ਵਿੱਚ ਆਪਾਂ ਸਾਂਝ ਕਰ ਰਹੇ ਹਾਂ ਅਤੇ ਜਪਜੀ ਸਾਹਿਬ ਦੀ ਖੋਜ ਕਰ ਰਹੇ ਹਾਂ ਅਤੇ ਅਸੀਂ 5ਵੀਂ ਪੌੜੀ ਤੱਕ ਪਹੁੰਚ ਚੁੱਕੇ ਹਾਂ ਅਤੇ 5ਵੀਂ ਪੌੜੀ ਵਿੱਚ ਅਸੀਂ ਗੁਰੂ ਦੀ ਗੱਲ ਕਰ ਰਹੇ ਹਾਂ। ਇੱਥੇ ਅਸੀਂ ਸਮਝ ਸਕਦੇ ਹਾਂ ਕਿ ਗੁਰੂ ਨਾਨਕ ਦੀ ਬਾਣੀ ਹੈ ਅਤੇ ਗੁਰੂ ਨਾਨਕ ਦੀ ਕੋਈ ਲਿਵਿੰਗ ਗੁਰੂ ਤਾਂ ਹੈ ਨਹੀਂ ਸਨ। ਇਹਦਾ ਮਤਲਬ ਗੁਰਮੁਖ ਦੀ ਜਦੋਂ ਗੁਰੂ ਨਾਨਕ ਗੱਲ ਕਰ ਰਹੇ ਸਨ ਉਹ ਅਕਾਲ ਪੁਰਖ ਦੀ ਗੱਲ ਕਰ ਰਹੇ ਸਨ। ਪਰ ਗੁਰੂ ਦੇ ਗੁਰਮੁਖ ਫਿਰ ਵੀ ਉਹਨਾਂ ਨੇ ਮੁਖ ਦੀ ਗੱਲ ਕੀਤੀ ਹੈ। ਮਤਲਬ ਹੈ ਕਿ ਗੁਰੂ ਅਕਾਲ ਪੁਰਖ ਧੁਰ ਕੀ ਬਾਣੀ ਜਿਹੜੀ ਹੈ ਬਾਣੀ ਮੁਖ ਤੋਂ ਹੀ ਨਿਕਲਦੀ ਹੈ। ਇਸ ਵਾਸਤੇ ਬਾਣੀ ਦੀ ਅਹਿਮੀਅਤ ਹੈ। ਅਸੀਂ ਤਦੇ ਕਹਿੰਦੇ ਬਾਣੀ ਬਣੀ ਹੈ। ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੀ। ਜਦ ਅਸੀਂ ਇਹ ਕਹਿੰਦੇ ਹਾਂ ਇਹਦਾ ਮਤਲਬ ਹੈ ਅਕਾਲ ਪੁਰਖ ਦੀ ਜੋ ਖਿਆਲ ਹੈ ਅਕਾਲ ਪੁਰਖ ਦੀ ਜੋ ਸੋਚ ਹੈ ਉਹ ਗੁਰੂ ਨਾਨਕ ਨੇ ਗੁਰਮੁਖ ਆਖਿਆ ਬਾਣੀ। ਕਿਉਂਕਿ ਮੁਖ ਦਾ ਮਤਲਬ ਕੋਈ ਹੋਂਦ ਨਹੀਂ, ਕੋਈ ਸਰੀਰ ਨਹੀਂ। ਮੁਖ ਤਾਂ ਯੂਜ਼ ਕੀਤਾ ਕਿਉਂਕਿ ਜੇ ਅਸੀਂ ਸੋਚ ਬੋਲਾਂਗੇ ਗੁਰ ਅਕਾਲ ਪੁਰਖ ਦੀ ਸੋਚ ਅਤੇ ਫਿਰ ਉਹ ਸਾਰੇ ਥੋੜ੍ਹਾ ਅਕਾਲ ਪੁਰਖ ਦੀ ਸੋਚ ਪਕੜ ਸਕਦੇ। ਅਤੇ ਮੁਖ ਦੀ ਜੋ ਗੱਲ ਹੁੰਦੀ ਹੈ ਮਤਲਬ ਬਾਣੀ ਮੁਖ ਤੋਂ ਹੀ ਨਿਕਲਦੀ ਹੈ। ਅਤੇ ਅਸੀਂ ਬਾਣੀ ਸੁਣ ਕੇ ਸਾਨੂੰ ਗੁਰਮੁਖ ਬਾਣੀ ਸੁਣਨੀ ਪਏਗੀ ਤਾਂ ਸਾਡੀ ਆਤਮਾ ਜਾਗੇਗੀ, ਤਾਂ ਸਾਨੂੰ ਵੀ ਉਸ ਧੁਨ ਜੋ ਅਸੀਂ ਇਸੀ ਪੌੜੀ ਵਿੱਚ ਜ਼ਿਕਰ ਕੀਤਾ ਸੀ ਉਸ ਸੂਖਸ਼ਮ ਵਤਨ ਉਸ ਸਥਾਨ ਤੱਕ ਪਹੁੰਚਾਂਗੇ। ਇਹ 5ਵੀਂ ਪੌੜੀ ਬਹੁਤ ਗਹਿਰਾਈ ਹੈ। ਇਸ ਦੇ ਵਿੱਚ ਸਾਰੇ ਵਾਸਤੇ ਇਹ ਗੱਲ ਨਹੀਂ ਹੈ। ਜਿਹੜੀ 100% ਪਰ ਆਤਮਿਕ ਰੂਹਾਨੀ ਰਾਹ 'ਤੇ ਟੁਰਨ ਵਾਲੇ ਜਗਿਆਸੂ ਨੇ ਜੋ ਅਸੀਂ ਸਮਝਦੇ ਹਾਂ ਅਸੀਂ ਗੁਰੂ ਦੀ ਰਾਹ 'ਤੇ ਪਕੜਨਾ ਹੀ ਪਕੜਨਾ, ਇਸ ਜ਼ਿੰਦਗੀ ਨੂੰ ਸਫਲ ਕਰਨਾ ਹੀ ਹੈ, ਉਹਨਾਂ ਵਾਸਤੇ ਹੈ ਇਹ ਪੌੜੀ। ਇੱਥੇ ਫਿਰ ਅਸੀਂ ਬੋਲਾਂਗੇ ਜੋ ਮੈਂ ਗੁਰ ਈਸਰ ਇੱਥੇ ਮੈਂ ਟਰਾਂਸਲੇਸ਼ਨਸ ਵਿੱਚ ਵੀ ਵੇਖਿਆ ਅਤੇ ਹਰ ਇੱਕ ਇਹ ਉਚਾਰਨ ਤੋਂ ਪਹਿਲਾਂ ਮਸਕੀਨ ਜੀ ਦਾ, ਮਨਮੋਹਨ ਸਿੰਘ ਸਟੀਕ ਦਾ, ਦੜਪਨ, ਪ੍ਰੋਫੈਸਰ ਦਰਸ਼ਨ ਸਿੰਘ, ओशो, काफ़ी ट्रांसलेशंस मैं पढ़ चुकी हैं और ब्रह्मा कुमारीज़ ਵਿੱਚ ਵੀ ਜੋ ਹੋ ਰਿਹਾ ਹੈ ਜੋ ਗਿਆਨ ਮਿਲ ਰਿਹਾ ਉਸਨੂੰ ਸਮਝਿਆ ਅਤੇ ਫਿਰ ਮੇਰੇ ਤੋਂ ਯੋਗ ਵਿੱਚ ਰੱਬ ਨੂੰ ਕੋਲ ਰੱਖਦਿਆਂ ਮਨ ਵਿੱਚ ਮੈਂ ਜੋਤੀ ਬਿੰਦੂ ਪਰਮਾਤਮਾ ਜੋਤੀ ਬਿੰਦੂ ਕੋਲ ਹੈ ਅਤੇ ਇਸ ਕਸ਼ਣ ਵਿੱਚ ਝੂਠ ਨਹੀਂ ਬੋਲਿਆ ਜਾਂਦਾ, ਸੱਚੀ ਬੋਲਿਆ ਜਾਂਦਾ ਕਿ ਅਸੀਂ ਗੱਲ ਕਰ ਰਹੇ ਉਸ ਗੁਰ ਈਸਰ ਜੋ ਹੈ। ਈਸਰ ਦਾ ਮਤਲਬ ਸ਼ਿਵ। ਅਤੇ ਅਸੀਂ ਪਹਿਲੀ ਪੌੜੀ ਵਿੱਚ ਵੀ ਅਸੀਂ ਸਮਝ ਚੁੱਕੇ ਹਾਂ ਉਹ ਇੱਕ ਜੋ ਪੇੜ ਦਾ ਅਸੀਂ ਗੱਲ ਕੀਤੀ ਹੈ ਸੀਡ ਹੈ ਉਹ ਸ਼ਿਵ ਹੈ। ਸੀਡ ਈਸਰ ਸ਼ਿਵ ਦਾ ਮਤਲਬ ਹੈ ਸੀਡ। ਸੀਡ ਦਾ ਮਤਲਬ ਹੈ ਕਿ ਉਹ ਇੱਕ ਹੈ, ਬਾਕੀ ਪੂਰਾ ਜੜ ਅਤੇ ਟਰੰਕ ਅਤੇ ਲੀਵਸ ਅਤੇ ਟਰੀ ਉਹ ਸੀਡ ਤੋਂ ਹੀ ਨਿਕਲਦਾ ਹੈ ਅਤੇ ਅਸੀਂ ਉਹ ਇੱਕ ਹੈ। ਅਤੇ ਗੁਰ ਗੋਰਖ ਬਰਮਾ ਇੱਥੇ ਗੋਰਖ ਦੀ ਜਦੋਂ ਜ਼ਿਕਰ ਅਸੀਂ ਕਰਨੇ ਹਾਂ ਉਹ ਵਿਸ਼ਨੂੰ ਦੀ ਗੱਲ ਕਰ ਰਹੇ ਹਾਂ। ਮਤਲਬ ਕਿ ਪਾਲਣ ਵਾਲਾ ਵਿਸ਼ਨੂੰ ਕੌਣ ਹੈ ਅਤੇ ਕਿਵੇਂ ਧਰਤੀ ਨੂੰ ਪਾਲ ਰਿਹਾ ਹੈ ਉਹ ਇੱਕ ਸਿੰਬਲ ਹੈ। ਸੂਖਸ਼ਮ ਵਤਨ ਦੀ ਗੱਲ ਹੈ। ਮਤਲਬ ਜਦ ਇੱਥੇ ਗੁਰ ਗੋਰਖ ਬਰਮਾ ਅਤੇ ਗੋਰਖ ਅਤੇ ਬਰਮਾ ਨੂੰ ਇੱਕੋ ਗੁਰ ਦੇ ਨਾਲ ਜੋੜਿਆ। ਮਤਲਬ ਗੋਰਖ ਅਤੇ ਬਰਮਾ ਇੱਕ ਹੀ ਸਨ, ਵਿਸ਼ਨੂੰ ਅਤੇ ਬ੍ਰਹਮਾ ਇੱਕ ਹੀ ਸਨ। ਇੱਕ ਗੁਰ ਲੱਗਿਆ ਉਹਨਾਂ ਦੋਨਾਂ ਦੇ ਨਾਂ ਅੱਗੇ, ਗੁਰ ਗੋਰਖ ਬਰਮਾ। ਗੁਰ ਈਸਰ ਸ਼ਿਵ ਤਾਂ ਹੈ ਹੀ ਹੈ ਸਾਡੇ ਗੁਰੂ, ਅਕਾਲ ਪੁਰਖ ਤਾਂ ਹੈ ਹੀ ਹੈ ਸਾਰੇ ਦੇ ਗੁਰੂ। ਪਰ ਅਸੀਂ ਉਸ ਦੀ ਗੱਲ ਨੂੰ ਕਿਵੇਂ ਸੁਣੀਏ? ਇਸ ਵੇਲੇ ਗੁਰੂ ਨਾਨਕ
ਦੇ ਵਚਨ ਨੂੰ ਸੁਣਨ ਵਾਸਤੇ, ਸਮਝਣ ਵਾਸਤੇ ਸਾਨੂੰ ਗੁਰੂ ਨਾਨਕ, ਸਾਡੇ ਕੋਲ ਗੁਰੂ ਨਾਨਕ ਬੈਠੇ ਤੇ ਨੇ ਆਪਣੀ ਅਵਸਥਾ ਸਮਝਾਉਣ ਲਈ। ਬਾਣੀ ਹੈਗਾ ਜੋ ਅਸੀਂ ਪੜ੍ਹ ਰਹੇ ਹਾਂ, ਪਰ ਬਾਣੀ ਆਪਣੇ ਆਪ ਘਰ ਬਹਿ ਕੇ ਪੜ੍ਹ ਰਹੇ ਹਾਂ, ਉਸ ਦੀ ਖੋਜ ਨਹੀਂ ਹੋ ਸਕਦੀ। ਸਾਨੂੰ ਚਾਹੀਦੀ ਹੈ ਕੋਈ ਜਿਹੜਾ ਕਿ ਸੁਖਮਨੀ ਸਾਹਿਬ ਵਿੱਚ ਬ੍ਰਹਮ ਗਿਆਨੀ ਸਾਧ ਇਹੋ ਜਿਹਾ ਚਾਹੀਦਾ ਜੋ ਸਾਨੂੰ ਇਹ ਸਾਡੀ ਬੁੱਧੀ 'ਤੇ ਤਾਲਾ ਖੋਲ੍ਹੇ। ਅਤੇ ਇਸ ਸੰਸਥਾ ਵਿੱਚ ਆ ਕੇ ਬ੍ਰਹਮਾ ਕੁਮਾਰੀਜ਼, ਹੁਣੇ ਗੌਰ ਕਰਿਓ ਕਿ ਇਸ ਸੰਸਥਾ ਦਾ ਨਾਮ ਬ੍ਰਹਮਾ ਹੈ। ਕੁਮਾਰ ਕੁਮਾਰੀ ਤੇ ਚਲੋ ਇਸਤਰੀ ਅਤੇ ਪੁਰਸ਼ ਦੀ ਗੱਲ ਹੈ ਕਿ ਜੋ ਅਸੀਂ ਆਉਂਦੇ ਹਾਂ ਇਸ ਸੰਸਥਾ ਵਿੱਚ, ਕੁਮਾਰ ਅਤੇ ਕੁਮਾਰੀ ਸ਼ੁੱਧ ਮਤਲਬ ਕਿ ਪ੍ਰਿੰਸ ਪ੍ਰਿੰਸੈਸ, ਜਿਵੇਂ ਕੌਰ ਹੈ, ਗੁਰੂ ਗੋਬਿੰਦ ਸਿੰਘ ਨੇ ਕੌਰ ਦਿੱਤਾ ਮਤਲਬ ਪ੍ਰਿੰਸੈਸ, ਇੱਥੇ ਵੀ ਅਸੀਂ ਕੁਮਾਰੀ ਪ੍ਰਿੰਸੈਸ ਹੈ ਮਤਲਬ ਅਕਾਲ ਪੁਰਖ ਤੇ ਅਸੀਂ ਖੂਬਸੂਰਤ ਆਤਮਾएं ਹਾਂ। ਪਰ ਬ੍ਰਹਮਾ ਕਿਉਂ ਨਾ ਦਿੱਤਾ ਗਿਆ? ਕਿਉਂਕਿ ਅਕਾਲ ਪੁਰਖ ਇਸ ਦੁਨੀਆ ਵਿੱਚ ਆ ਚੁੱਕੇ। ਸ੍ਰਿਸ਼ਟੀ ਚੱਕਰ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਅਸੀਂ ਸਮਝਦੇ ਹਾਂ ਕਿ ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ। ਤਾਂ ਕਲਯੁਗ ਤੋਂ ਬਾਅਦ ਸਤਯੁਗ, ਕਲਯੁਗ ਤੋਂ ਬਾਅਦ ਸਤਯੁਗ ਕਿਵੇਂ ਆਏਗਾ? ਘੋਰ ਅੰਧਿਆਰ ਤੋਂ ਬਾਅਦ ਸਭ ਤੋਂ ਖੂਬਸੂਰਤ ਸਮੇਂ ਕਿਵੇਂ ਆ ਸਕਦਾ ਹੈ? ਜਦ ਕਿ ਮਹਾਂਪੁਰਖ ਆ ਕੇ ਚਲੇ ਗਏ, ਇਬਰਾਹਿਮ, ਬੁੱਧਾ, ਜੀਸਸ, ਮੁਹੰਮਦ, ਗੁਰੂ ਨਾਨਕ ਆ ਕੇ ਚਲੇ ਗਏ, ਲੇਕਿਨ ਕਲਯੁਗ ਸਤਯੁਗ ਵਿੱਚ ਨਹੀਂ ਬਦਲਿਆ। ਅਤੇ ਹੁਣ ਕਲਯੁਗ ਸਤਯੁਗ ਵਿੱਚ ਕਿਵੇਂ ਬਦਲੇਗੀ? ਇਸ ਸਤਯੁਗ ਅਤੇ ਕਲਯੁਗ ਦੇ ਵਿੱਚ ਸ੍ਰਿਸ਼ਟੀ ਚੱਕਰ ਨੂੰ ਸਮਝਣਾ ਪਏਗਾ। ਸੰਗਮ ਯੁੱਗ ਆਉਂਦੀ ਹੈ, ਜਿਵੇਂ ਦਿਨ ਦੇ ਰਾਤ, ਰਾਤ ਦੇ ਦਿਨ ਦੇ ਵਿਚਕਾਰ ਇੱਕ ਡੌਨ ਅਤੇ ਡਸਕ ਆਉਂਦੀ ਹੈ, ਸਨਸੈਟ ਅਤੇ ਸਨਰਾਈਜ਼। ਉਹ ਖੂਬਸੂਰਤ ਸਮੇਂ ਹੁੰਦੀ ਹੈ। ਔਰ ਹਰ 4 ਸਾਲ ਬਾਅਦ ਲੀਪ ਈਅਰ ਹੁੰਦਾ ਹੈ। ਫੈਬਰੀ ਵਿੱਚ 29 ਡੇਜ਼ ਹੁੰਦੇ, ਉਸਨੂੰ ਕਹਿੰਦੇ ਲੀਪ ਈਅਰ। ਇਸੇ ਤਰ੍ਹਾਂ ਯੁੱਗਾਂ ਵਿੱਚ ਵੀ ਇੱਕ ਲੀਪ ਯੁੱਗ ਹੁੰਦਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਸੰਗਮ ਯੁੱਗ, ਕੌਨਫਲੂਐਂਸ ਏਜ। ਇਹ ਸੰਗਮ ਯੁੱਗ, ਕੌਨਫਲੂਐਂਸ ਏਜ ਬ੍ਰਹਮਾ ਦਾ ਯੁੱਗ ਹੈ, ਜੋ ਅਕਾਲ ਪੁਰਖ ਜਿਵੇਂ ਮਹਾਨ ਆਤਮਾएं ਇਬਰਾਹਿਮ, ਬੁੱਧਾ, ਜੀਸਸ, ਗੁਰੂ ਨਾਨਕ ਦੇ ਰਾਹੀਂ ਸਾਨੂੰ ਗਿਆਨ ਦਿੱਤਾ ਹੈ, ਅਭੀ ਹੁਣ ਬ੍ਰਹਮਾ ਰਾਹੀਂ ਦੁਨੀਆ ਨੂੰ ਗਿਆਨ ਦੇ ਰਹੇ ਨੇ। ਇਸ ਵਾਸਤੇ ਬ੍ਰਹਮਾ ਕੁਮਾਰੀਜ਼ ਜਿਹੜੇ ਵਿਸ਼ਵ ਵਿਦਿਆਲੇ, ਆਤਮਿਕ ਰੂਹਾਨੀ ਵਿਸ਼ਵ ਵਿਦਿਆਲੇ ਹੈ, ਪੂਰੀ ਦੁਨੀਆ ਵਿੱਚ ਫੈਲ ਗਈ ਹੈ। ਬੇਸ਼ੱਕ ਬ੍ਰਹਮਾ ਜੋ ਸਨ ਫਾਊਂਡਰ ਹੈ, ਉਹ ਹੁਣ ਰਹੇ ਵੀ ਨਹੀਂ, ਉਹ ਸਰੀਰ ਛੱਡ ਕੇ ਕਰਮ ਅਤੀਤ ਬਣ ਚੁੱਕੇ। ਉਹ ਇਸ ਵੇਲੇ ਜਦ ਬ੍ਰਹਮਾ ਕਰਮ ਅਤੀਤ ਬਣਦੇ ਨੇ ਤੇ ਉਹ ਫਿਰ ਸੂਖਸ਼ਮ ਵਤਨ ਵਿੱਚ ਵਿਸ਼ਨੂੰ ਦਾ ਰੋਲ ਕਰਦੇ ਨੇ, ਪਾਲਣਾ ਦਾ ਰੋਲ। ਕਿਉਂਕਿ ਅੱਗੋਂ ਜਾ ਕੇ ਉਹ ਉਹ ਸ਼ੰਕਰ ਦਾ ਰੋਲ ਪਹਿਲਾਂ ਕਰਨਗੇ ਅਤੇ ਫਿਰ ਸਤਯੁਗ ਵਿੱਚ ਵਿਸ਼ਨੂੰ ਦਾ ਰੋਲ ਕਰਨਗੇ। ਵਿਸ਼ਨੂੰ ਅਸੀਂ ਵੇਖਦੇ ਹਾਂ ਸਿੰਬਲ ਹੈ। ਵਿਸ਼ਨੂੰ ਕੋਈ ਇਨਸਾਨ ਨਹੀਂ ਹੈ, ਕਿਉਂਕਿ ਵਿਸ਼ਨੂੰ ਦੇ 4 ਹੱਥ ਦਿਖਾਏ ਗਏ। ਵਿਸ਼ਨੂੰ ਲਕਸ਼ਮੀ ਨਾਰਾਇਣ ਦਾ ਕੰਬਾਈਨਡ ਫਾਰਮ ਹੈ, ਮਤਲਬ ਸਭ ਤੋਂ ਸ਼ੁੱਧ ਇਨਸਾਨ ਦਾ ਰੂਪ ਅਤੇ ਸਭ ਪੁਰਸ਼ ਦਾ ਰੂਪ ਅਤੇ ਸਭ ਤੋਂ ਸ਼ੁੱਧ ਇਸਤਰੀ ਦਾ ਰੂਪ ਦਾ ਕੰਬਾਈਨਡ ਫਾਰਮ ਹੈ। ਪਰ ਵਿਸ਼ਨੂੰ ਦੇ ਹੱਥ ਵਿੱਚ ਜਿਹੜੇ 4 ਚੀਜ਼ਾਂ ਪਕੜੇ ਨੇ ਉਹਨਾਂ ਨੇ, ਉਹ ਸਾਡੀ ਹੋਣ ਦੀ ਗੱਲ ਹੈ। ਮਤਲਬ ਵਿਸ਼ਨੂੰ ਇਜ਼ ਐਨ ਏਮ ਐਂਡ ਆਬਜੈਕਟ, ਪਰ ਅਸੀਂ ਵਿਸ਼ਨੂੰ ਵਰਗਾ ਬਣਨ ਵਾਸਤੇ ਉਹ ਜੋ ਉਹਨਾਂ ਦੇ ਹੱਥ ਵਿੱਚ ਹੈ, ਉਹ ਅਸੀਂ ਬ੍ਰਾਹਮਣ ਬਣ ਕੇ ਉਹ ਸਮਝਣਾ। ਇੱਕ ਤੇ ਕਮਲ ਹੈ, ਕਮਲ ਅਸੀਂ ਕਮਲ ਵਰਗਾ ਕਿੱਚੜ ਦੇ ਵਿੱਚ, ਕਲਯੁੱਗ ਦੇ ਵਿੱਚ ਰਹਿੰਦੇ ਆ, ਕਮਲ ਵਰਗਾ ਇਸ ਚਿੱਕੜ ਤੋਂ ਉੱਠਣਾ, ਸ਼ੁੱਧ ਬਣਨਾ। ਭਾਵੇਂ ਸਾਡੇ ਸਾਈਡ 'ਤੇ ਸਾਰੇ ਨੈਗੇਟਿਵ ਚੱਲ ਰਿਹਾ, ਅਸੀਂ ਪੋਜ਼ੀਟਿਵ ਰਹਿਣਾ, ਖੁਸ਼ ਰਹਿਣਾ, ਪਿਆਰੇ ਰਹਿਣਾ। ਜਿਹੜਾ ਅਸੀਂ ਗੱਲ ਕਰਦੇ ਪਏ, ਕਿੰਨੇ ਪੌੜੀਆਂ ਅਸੀਂ ਕਰ ਚੁੱਕੇ ਹਾਂ, ਉਹ ਪਿਆਰ, ਪੋਜ਼ੀਟਿਵ ਐਨਰਜੀ ਬਣਨਾ। ਅਤੇ ਦੂਜੇ ਹੱਥ ਵਿੱਚ ਮਤਲਬ ਸ਼ੰਖ ਫੜਿਆ, ਮਤਲਬ ਕਿ ਅਸੀਂ ਆਪਣੇ ਮਤ ਨੂੰ ਛੱਡਣਾ, ਠੋਕਣਾ, ਆਪਣੇ ਮਤ ਨੂੰ ਮਾਰਨਾ ਅਤੇ ਮਨਮਤ ਨੂੰ ਮਾਰ ਕੇ ਗੁਰਮਤ, ਸ਼੍ਰੀਮਤ ਵੱਲ ਜਾਣਾ। ਅਤੇ ਜਿਹੜਾ ਚੱਕਰ ਵਿਸ਼ਨੂੰ ਨੇ ਫੜਿਆ ਹੱਥ ਵਿੱਚ, ਉਹ ਵੀ ਅਸੀਂ ਸਮਝਣਾ ਕਿ
ਅਸੀਂ ਸ੍ਰਿਸ਼ਟੀ ਚੱਕਰ ਨੂੰ ਸਮਝਣਾ ਹੈ ਕਿ ਅਸੀਂ ਲੀਪ ਈਅਰ ਸੰਗਮ ਯੁੱਗ ਵਿੱਚ ਆ ਗਏ ਹਾਂ ਕਿ ਮਤਲਬ ਅਕਾਲ ਪੁਰਖ ਦੀ ਹੱਥ ਚਾਹੀਦੀ ਇੱਥੇ ਵੀ, ਬਲਕਿ ਸਭ ਤੋਂ ਜ਼ਿਆਦਾ ਚਾਹੀਦੀ ਹੈ, ਕਿਉਂਕਿ ਦ ਵਰਸਟ ਹੈਜ਼ ਟੂ ਬਿਕਮ ਦ ਬੈਸਟ। ਸਭ ਤੋਂ ਬੁਰਾ ਵਕਤ ਸਭ ਤੋਂ ਸੁੰਦਰ ਵਕਤ ਬਣਨਾ ਹੈ। ਇਸ ਦੇ ਵਿੱਚ ਬਹੁਤ ਸਫਾਈ ਚਾਹੀਦੀ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਡਿਸਟਰਕਸ਼ਨ। ਡਿਸਟਰਕਸ਼ਨ ਤਾਂ ਹੋਗੀ, ਕਿਉਂਕਿ ਨਵਾਂ ਮਕਾਨ ਬਣਾਉਣ ਵਾਸਤੇ ਜੇ ਧਰਤੀ ਉਹ ਜਗ੍ਹਾ ਹੈ, ਜੇ ਇਸ ਜਗ੍ਹਾ ਮੇਰਾ ਪੁਰਾਣਾ ਮਕਾਨ ਹੈ ਅਤੇ ਇਸ ਜਗ੍ਹਾ ਦੇ ਉੱਤੇ ਮੈਂ ਨਵੀਂ ਮਕਾਨ ਖੜੀ ਕਰਨੀ, ਅਤੇ ਫਿਰ ਇਸ ਜਗ੍ਹਾ ਨੂੰ ਮੈਨੂੰ ਸਫਾਈ ਕਰਨੀ ਪਏਗੀ, ਫਿਰ ਨਵਾਂ ਮਕਾਨ ਸ਼ੁਰੂ ਬਣਾਵਾਂਗੇ। ਅਤੇ ਇਹ ਵਕਤ ਅਸੀਂ ਦੇਖ ਚੁੱਕੇ ਹਾਂ ਕਿ ਆ ਰਿਹਾ ਨੇੜੇ, ਅਸੀਂ ਸਾਰੇ ਮਹਿਸੂਸ ਕਰਦੇ ਹਾਂ। ਕਲਾਈਮੇਟ ਚੇਂਜ ਟਾਕਸ ਵੀ ਹੋ ਰਹੇ ਨੇ ਕਿ ਜੇ ਅਟੋਮਿਕ ਬੰਬਸ ਰਾਹੀਂ, ਨਿਊਕਲੀਅਰ ਵੈਪਨਸ ਰਾਹੀਂ ਧਰਤੀ ਵਿਨਾਸ਼ ਨਹੀਂ ਹੋਏਗਾ ਅਤੇ ਆਕਸੀਜਨ ਹੀ ਦੁਨੀਆ ਵਿੱਚ ਨਹੀਂ ਹੈ। 50 ਸਾਲ ਤੋਂ ਵੱਧ ਕੇ ਆਕਸੀਜਨ ਹੀ ਨਹੀਂ ਹੈ ਦੁਨੀਆ ਵਿੱਚ। ਸਾਨੂੰ ਸਵਾਸ ਲੈਣ ਵਾਸਤੇ ਆਕਸੀਜਨ ਹੀ ਨਹੀਂ ਹੋਏਗਾ, ਕਿਉਂਕਿ ਇੰਨੇ ਪਾਪੂਲੇਸ਼ਨ ਵੱਧ ਗਈ, ਇੰਨਾ ਪੋਲਿਊਸ਼ਨ ਚੱਲ ਰਿਹਾ, ਕਾਰਬਨ ਡਾਈਆਕਸਾਈਡ ਐਮਿਸ਼ਨ ਇਤਨੀ ਹਾਈ ਹੈ ਕਿ ਆਕਾਸ਼ ਵਿੱਚ ਆਕਸੀਜਨ ਹੀ ਨਹੀਂ ਰਹੇਗੀ ਇੰਨਾ ਚਿਰ। ਦੁਨੀਆ ਹੋਰ ਨੇ, ਇਹ ਪੁਰਾਣੀ ਦੁਨੀਆ ਨਹੀਂ ਰਹਿ ਸਕਦੀ ਇੰਨਾ ਚਿਰ। ਅਤੇ ਅਸੀਂ ਹੋਰ ਵੀ ਦੇਖਦੇ ਕਿ 5 ਤੱਤਵ ਵੀ ਇਤਨਾ ਹਲਚਲ ਮਚਾ ਰਹੇ, ਜਿਵੇਂ ਕਿ ਤੂਫਾਨ ਆ ਰਹੇ, ਧਰਤੀ ਅਰਥਕਵੇਕਸ ਆ ਰਹੇ, ਸੁਨਾਮੀਜ਼, ਇਹ ਸਭ ਹੋ ਰਿਹਾ ਹੈ। ਇਹ ਹਲਚਲ ਕਿਉਂ ਹੋ ਰਿਹਾ? 5 ਤੱਤਵ ਵੀ ਚੀਕ ਰਹੇ ਨੇ, ਕਿਉਂਕਿ 5 ਤੱਤਵ ਸਾਡੇ ਮਨ ਦੇ ਅਵਸਥਾ ਦੇ ਨਾਲ ਕਨੈਕਟਡ ਹੈ। ਇਸ ਵੇਲੇ ਕਲਯੁਗੀ ਦੁਨੀਆ ਵਿੱਚ ਸਾਰੇ ਦੇ ਮਨ ਦੀ ਅਵਸਥਾ ਗਿਰ ਰਿਹਾ, ਬਹੁਤ ਗਿਰ ਰਿਹਾ, ਜੋ ਇਸ 5 ਤੱਤਵਾਂ ਨੂੰ ਹਿਲਾ ਰਿਹਾ ਹੈ। ਲੇਕਿਨ ਉਸੇ ਸਮੇਂ ਸਾਥ ਵਿੱਚ ਰੱਬੀ ਜੋਤ ਦੀ ਪਰਵਰਿਸ਼ ਦੇ ਨਾਲ ਕੋਈ ਆਤਮਾएं ਹੈ ਜੋ ਜਾਗ ਰਹੇ ਨੇ। ਹਰ ਇੱਕ ਆਤਮਾ ਗਿਰ ਰਹੀ ਹੈ, ਪਰ ਆਪਣੇ ਆਪ ਨੂੰ ਪਹਿਚਾਨ ਰਹੀ ਹੈ ਕਿ ਮੈਂ ਗਿਰ ਰਿਹਾ, ਔਰ ਖੋਜ ਕਰੇਗੀ ਕਿ ਮੈਂ ਆਪਣੇ ਆਪ ਨੂੰ ਕਿਵੇਂ ਸੰਭਾਲਾਂ, ਕਿਵੇਂ ਠੀਕ ਰਹਾਂ। ਇਸ ਹੱਦ ਤੱਕ ਡਿਪਰੈਸ਼ਨ ਅਤੇ ਇਨਸੋਮਨੀਆ ਅੱਜ ਕੱਲ੍ਹ ਦੀ ਸਭ ਤੋਂ ਅਹਿਮੀਅਤ ਡਿਜ਼ੀਜ਼ ਹੋ ਗਈ। ਔਰ ਇਨਸੋਮਨੀਆ ਔਰ ਡਿਪਰੈਸ਼ਨ ਕੋਈ ਸਰੀਰਕ ਰੋਗ ਨਹੀਂ ਹੈ, ਮਾਨਸਿਕ ਰੋਗ ਹੈ। ਔਰ ਇਸ ਇਨਸੋਮਨੀਆ ਅਤੇ ਡਿਪਰੈਸ਼ਨ ਦੀ ਕਿਉਰ ਵੀ ਨਹੀਂ ਹੋਗੀ ਅੱਗੋਂ ਤੋਂ। ਸਿਰਫ ਅਕਾਲ ਪੁਰਖ ਨਾਲ ਜੁੜ ਕੇ ਅਸੀਂ ਇਨਸੋਮਨੀਆ ਅਤੇ ਡਿਪਰੈਸ਼ਨ ਨੂੰ ਕਿਉਰ ਕਰ ਪਾਵਾਂਗੇ। ਇਹ ਬਹੁਤ ਗਹਿਰੀ ਗਿਆਨ ਹੈ ਜੋ ਅਸੀਂ ਖੋਜ ਕਰਨਾ ਚਾਹੇ ਤੇ ਬ੍ਰਹਮਾ ਕੁਮਾਰੀ ਦੀ ਸੰਸਥਾ ਵਿੱਚ ਜਾ ਕੇ ਅਸੀਂ ਇਸ ਨੂੰ ਸਮਝ ਸਕਦੇ ਹਾਂ। ਅਤੇ ਫਿਰ ਅਸੀਂ ਸਮਝਾਂਗੇ ਕਿ ਬ੍ਰਹਮਾ ਦਾ ਇੱਥੇ ਰੋਲ ਕੀ ਹੈ। ਬ੍ਰਹਮਾ ਕੁਮਾਰੀ ਸੰਸਥਾ ਵਿੱਚ ਬ੍ਰਹਮਾ ਦੇ ਤਨ ਵਿੱਚ ਅਕਾਲ ਪੁਰਖ ਦੀ ਜੋਤ ਆਈ ਅਤੇ ਉਸਨੇ ਗੁਰਬਾਣੀ ਰਚਾਈ, ਜੋ ਅਸੀਂ ਮੁਰਲੀ ਕਹਿੰਦੇ ਹਾਂ। ਅਤੇ ਉਸ ਮੁਰਲੀ ਨੂੰ ਪੜ੍ਹਦਿਆਂ ਅਕਾਲ ਪੁਰਖ ਦੀ ਤੁਰ ਦੀ ਬਾਣੀ ਅੱਜ ਚੱਲ ਰਹੀ ਹੈ ਰੋਜ਼, ਅਤੇ ਉਸ ਨੂੰ ਕਿਸੇ ਆਤਮਾएं ਨੂੰ ਮੌਕਾ ਮਿਲ ਰਿਹਾ, ਜੋ ਖੁਸ਼ਨਸੀਬ ਆਤਮਾएं, ਗੁਰ ਕਿਰਪਾ ਵਾਲੀ ਆਤਮਾएं ਨੂੰ ਇਹ ਮੌਕਾ ਮਿਲਿਆ ਮੁਰਲੀ ਰਾਹੀਂ ਗੁਰਬਾਣੀ, ਗੁਰਮੁਖ ਵਚਨ ਸੁਣ ਰਿਹਾ ਸੀ। ਅਤੇ ਫਿਰ ਅਸੀਂ ਆਪਣੇ ਆਪ ਨੂੰ ਬ੍ਰਹਮਾ ਕੁਮਾਰੀਸ ਕਹਿੰਦੇ ਹਾਂ, ਕਿਉਂਕਿ ਬ੍ਰਹਮਾ ਮੁਖ ਰਾਹੀਂ ਅਸੀਂ ਉਸ ਅਕਾਲ ਪੁਰਖ ਦੇ ਬਚਨ ਸੁਣ ਰਹੇ। ਇਸ ਵਾਸਤੇ ਦਾਦੀ ਜਾਨਕੀ, ਦਾਦੀ ਗੁਲਜ਼ਾਰ, ਇਹ ਮਹਾਨ ਆਤਮਾएं ਖਿਲ ਰਹੇ ਨੇ, ਕਿਉਂਕਿ ਉਹ ਰੱਬੀ ਆਤਮਾ ਸ਼ਕਤੀ ਦੇ ਪਰਵਰਿਸ਼ ਵਿੱਚ ਨੇ, ਰੱਬੀ ਗਿਆਨ ਰੋਜ਼ ਸੁਣ ਰਹੇ ਨੇ, ਤਾਂ ਅਸੀਂ ਸੰਭਲ ਪਾ ਰਹੇ ਇਸ ਦੁਨੀਆ ਵਿੱਚ। ਗੁਰ ਈਸਰ, ਗੁਰ ਗੋਰਖ ਬਰਮਾ। ਅਤੇ ਅਕਾਲ ਪੁਰਖ ਨੇ ਦਾਦਾ ਲੇਖਰਾਜ ਨੋਰਮਲ ਇਨਸਾਨ ਸਨ, ਜੋ ਕਿ ਬ੍ਰਹਮਾ ਨਾਮ ਅਕਾਲ ਪੁਰਖ ਨੇ ਉਹਨਾਂ ਨੂੰ ਦਿੱਤਾ। ਬ੍ਰਹਮਾ ਉਹਨਾਂ ਦਾ ਜਨਮ ਦਾ ਨਾਮ ਨਹੀਂ ਹੈ। ਇਸ ਵਾਸਤੇ ਜਦੋਂ ਅਸੀਂ ਥਾਈਲੈਂਡ ਵਿੱਚ, ਹਰ ਇੱਕ ਦੁਨੀਆ ਵਿੱਚ ਅਸੀਂ ਦੇਖਦੇ ਹਾਂ ਬ੍ਰਹਮਾ ਦਾ ਸਟੈਚੂਜ਼ ਹੁੰਦਾ, ਬੁੱਢਾ ਆਦਮੀ ਦਿਖਾਉਂਦਾ। ਦੇਵੀ ਦੇਵਤਾ ਹਮੇਸ਼ਾ ਜਵਾਨ ਦਿਖਦੇ ਨੇ, ਪਰ ਬ੍ਰਹਮਾ ਨੂੰ ਹਮੇਸ਼ਾ ਬੁੱਢਾ ਕਿਉਂ ਦਿਖਾਉਂਦੇ ਨੇ, ਬੁੜਾ ਆਦਮੀ ਕਿ, ਔਰ 4 ਸਿਰ ਵੀ ਦਿਖਾਉਂਦੇ ਨੇ। ਕਿਉਂ? ਕਿਉਂਕਿ ਬ੍ਰਹਮਾ ਜੋ ਹੈ ਨਾਮ ਦਿੱਤਾ ਗਿਆ ਬੁਢਾਪੇ ਵਿੱਚ। ਬ੍ਰਹਮਾ ਬਾਬਾ 60 ਸਾਲ ਤੋਂ ਬਾਅਦ ਉਹਨਾਂ ਨੂੰ ਨਾਂ ਬ੍ਰਹਮਾ ਅਕਾਲ ਪੁਰਖ ਨੇ ਦਿੱਤਾ ਕਿ ਮੈਂ ਤੇਰੇ ਮੁਖ ਰਾਹੀਂ ਗੱਲ ਕਰਾਂਗਾ ਅਤੇ ਤੇਰਾ ਨਾਂ ਫਿਰ ਬ੍ਰਹਮਾ। ਤਾਂ ਉਹਨਾਂ ਨੇ ਆਪਣਾ ਦਾਦਾ ਲੇਖਰਾਜ ਦਾ ਨਾਂ ਮਿਟਾ ਦਿੱਤਾ ਅਤੇ
रथ बन गए, बागी रथ, अकाल पुरख के बागी रथ बन गए, गौमुख बन गए, गुरमुख बन गए। तो और गुरबानी अकाल पुरख के वचन ਸਾਰੇ ਨੂੰ ਸੁਣਾਉਂਦਿਆਂ ਮੁਰਲੀ ਰਾਈ, ਇਹ ਜੋ ਅਸੀਂ 7 ਘੰਟੇ ਦਾ ਕੋਰਸ ਕਰ ਰਹੇ ਹਾਂ, ਜੋ ਅਸੀਂ ਟੀਵੀ ਵਿੱਚ ਸ਼ਿਵਾਨੀ ਨੂੰ ਦੇਖਦੇ ਹਾਂ ਜਾਂ ਹੋਰ ਅੱਛੇ ਲੋਕ, मतलब कई उषा दीदी और जयंती बहन, वेदंती बहन, इतने अच्छे स्पीकर्स, सूरज भाई, डॉक्टर सचिन, ये सारे ਜਿਹੜੇ बोल रहे ਨੇ, ਇਹਨਾਂ ਨੂੰ ਗਿਆਨ ਕਿੱਥੋਂ ਮਿਲ ਰਿਹਾ? ਮੁਰਲੀ ਤੋਂ, ਅਕਾਲ ਪੁਰਖ ਦੇ ਗੁਰਮੁਖ ਤੋਂ, ब्रह्मा राही उच्चारे हुए शब्द तो। बेशक हुन ब्रह्मा अपना रोल प्ले ख़त्म कर चुके, करमतीत बन चुके, फरिश्ता बन चुके, सूक्ष्म वतन विच चले गए, फिर भी संस्था चल रही है क्योंकि ये गुरमुख दे राही चल रही है। ते आके इस गहराई नू समझना एक खोज है। मैं 10 साल से इस खोज विच हाँ ते रोज़ इन्नी मिठी मिठिया गल्लां सुनने नू मिलदी है। ते जद असी ये समझांगे तो फिर पार्वती माई नू भी समझांगे, क्योंकि इत्थे लक्ष्मी दी भी गल होती है। एक आत्मा लक्ष्मी भी हैगी है जो साडे विचों ही कोई लक्ष्मी बनना है। ते लक्ष्मी या नारायण या कृष्णा या राधा, ये सारे राज समझण वास्ते असी आइए ते गहराई विच समझांगे ते असी फिर गुरमुख ते गुर ईसर, गुर गोरख, बर्मा, गुर पार्वती माई नू आगे बहुत गहराई विच समझ सकांगे। ते गुरमुख सुनदे ही असी इस जन्म नू पार कर सकने, नहीं ते इस कलयुग के अंत विच अकाल पुरख दे नाल डायरैक्ट कनैक्शन, नो लिविंग गुरु, ब्रह्मा बाबा जिसनों असी ब्रह्मा नू सत्कार देन करके बाबा भी कहने हैं। ब्रह्मा बाबा असी उस नाल कहने हैं क्योंकि वो इतने खूबसूरत महाब्रह्म ज्ञानी बन चुके सन कि उसनों सिर्फ भाई साहब नहीं कह सकते बल्कि बाबा नाम जोड़ दिया, क्योंकि वो जिस तरह कि अकाल पुरख का रूप ही बन गए। उसकी गल जो असी सुनांगे उस वर्गा असी बनांगे। इस अज दे दुनिया विच उहियो ने जड़ा कि रोल मॉडल है साढ़े वास्ते, ते असी फिर उहदे वर्गा फरिश्ता बन पावांगे ते अपनी जिंदगी, अपनी रूहानी सफलता पावांगे, सफलता प्राप्त कर सकांगे। गुरु तो बिना असी सुनने गुरु बिन गोरंदियार, ये गल सच्ची है। अकाल पुरख तो बिना इत्थे कोई लिविंग गुरु नहीं। ब्रह्मा नू असी लिविंग गुरु नहीं कहते। लिविंग गुरु का मतलब असी वो साढ़े वर्गा इंसान सन, पर अकाल पुरख ने उसकी मुख नू यूज़ किया। उन्होंने भी साढ़े वर्गा अमृत वेला उठ्या, रोज़ इन्ना ज्ञान सुनते सन, इन्ना अपना प्रैक्टिस एफर्ट करते रहे। योग तपस्या विच बैठना पैंदा है पूरा। उन्होंने जो असी कर रहे वो भी कर रहे सन, वो करके सफलता पा चुके, असी भी करके सफलता पा सकते हैं। ऐसे होर कई इंसान जिहड़े सफलता पा चुके, जिस तरह कि मम्मा या दादी प्रकाश मणि। ते आओ अज दी दुनिया विच गुरु नानक या 10 गुरुआ नहीं हैगा, पर इस वेले हैगा ने ब्रह्म ज्ञानी। हर एक क्षण विच अकाल पुरख ने ब्रह्म ज्ञानियों के साथ दी संगत सानू दित्ती है। जाइए, आइए, लभिए, इसनू प्राप्त करिए ते रल मिल के इस रूहानियत सफ़र नू सफलता पाइए। इस एपिसोड ते इत्थे असी समाप्ति करने आ। अगला एपिसोड विच असी 5वीं पौड़ी नू अगे लै जावांगे। थैंक यू आप जी ने साथ दिता है। एक ओंकार, एक परमात्मा दी इस व्याख्या दे विच। ओम शांति, सत श्री अकाल।